ਇੱਕ ਗੱਲ ਦਾ ਜ਼ਿਕਰ ਮੈਂ ਪਹਿਲਾਂ ਹੀ ਕੀਤਾ ਸੀਗਾ ਕਿ ਕਰਮ ਕਾਂਡ, ਕਿਉਂਕਿ ਆਪਾਂ ਕਰਮ ਕਾਂਡਾਂ ਤੋਂ ਸ਼ੁਰੂ ਕੀਤੀ ਸੀ ਗੱਲ, ਕਿ ਕਰਮ ਕਾਂਡ ਦਾ ਮਤਲਬ ਕੀ ਹੁੰਦਾ ਆ। ਔਰ ਗੱਲ ਇਹ ਆਈ ਸੀ ਕਿ ਸਨਾਤਨ ਪਰੰਪਰਾ ਦੇ ਵਿੱਚ ਦੋ ਤਰ੍ਹਾਂ ਦੀ ਗੱਲ ਆਉਂਦੀ ਆ। ਉਹ ਇੱਕ ਆਉਂਦੀ ਆ ਗਿਆਨ ਕਾਂਡ ਅਤੇ ਇੱਕ ਆਉਂਦੀ ਆ ਕਰਮ ਕਾਂਡ। ਔਰ ਸਨਾਤਨ ਸ਼ਾਸਤਰਾਂ ਦੇ ਵਿੱਚ ਬੜਾ ਸਾਫ਼ ਉਹਨਾਂ ਨੇ ਲਿਖਿਆ ਹੋਇਆ ਕਿ ਜੇਕਰ ਤੁਸੀਂ ਦੁਨਿਆਵੀ ਸੁੱਖ, ਦੁਨਿਆਵੀ ਵਸਤਾਂ, ਦੁਨਿਆਵੀ ਜਿਹੜੀਆਂ ਬਲੈਸਿੰਗਸ ਆ ਉਹ ਪਾਉਣੀਆਂ ਤਾਂ ਉਹਦੇ ਵਾਸਤੇ ਕਰਮ ਕਾਂਡ ਹੈ। ਪਰ ਜੇਕਰ ਤੁਸੀਂ ਆਤਮਾ ਨੂੰ ਪਰਮਾਤਮਾ, ਇਸ ਆਤਮਾ ਨੂੰ ਉਸ ਪਰਮਾਤਮਾ ਦੇ ਨਾਲ ਇੱਕ ਕਰਨਾ, ਉਹਦੇ ਨਾਲ ਦੀ ਲਿਵ ਜੋੜਨੀ ਹੈ, ਤਾਂ ਫਿਰ ਉਹਦੇ ਵਾਸਤੇ ਗਿਆਨ ਕਾਂਡ ਹੈ। ਇਹ ਗੱਲ ਆਪਾਂ ਸ਼ੁਰੂਆਤ ਦੇ ਵਿੱਚ ਹੀ ਕੀਤੀ ਸੀਗੀ। ਹੁਣ ਪ੍ਰੋਬਲਮ ਕੀ ਹੋਈ? ਪ੍ਰੋਬਲਮ ਇਹ ਹੋਈ ਕਿ ਜਿਹੜੇ ਆਮ ਲੋਕ ਸੀਗੇ ਉਹਨਾਂ ਨੇ ਸਿਰਫ ਕਰਮ ਕਾਂਡ ਨੂੰ ਹੀ ਆਪਣਾ ਰਾਹ ਬਣਾ ਲਿਆ। ਗਿਆਨ ਕਾਂਡ ਨੂੰ ਉਹ ਕਿਤੇ ਪਿੱਛੇ ਛੱਡ ਆਏ। ਗਿਆਨ ਵੱਲ ਉਹਨਾਂ ਦਾ ਧਿਆਨ ਗਿਆ ਹੀ ਨਹੀਂ, ਜਾਂ ਉਹਨਾਂ ਨੇ ਸੋਚਿਆ ਕਿਉਂਕਿ ਗਿਆਨ ਵਾਸਤੇ ਤੁਹਾਨੂੰ ਪੜ੍ਹਨਾ ਵੀ ਪਊਗਾ, ਤੁਹਾਨੂੰ ਅੰਤਰ ਧਿਆਨ ਵੀ ਹੋਣਾ ਪਊਗਾ, ਤੁਹਾਨੂੰ ਆਪਣੇ ਅੰਦਰ ਦੇ ਐਕਸਪੀਰੀਅੰਸਿਸ ਵੀ ਲੈਣੇ ਪੈਣਗੇ। ਔਰ ਉਸ ਤੋਂ ਬਾਅਦ ਦੇਖੋ, ਅੰਤਰ ਧਿਆਨ ਹੋਣ ਦਾ ਮਤਲਬ ਅੱਜ ਕੱਲ੍ਹ ਦੇ ਜੇ ਆਪਾਂ ਸੰਦਰਭ ਵਿੱਚ ਵੇਖੀਏ ਅਤੇ ਜਦੋਂ ਬੱਚੇ ਪੜ੍ਹਦੇ ਵੀ ਆ ਨਾ, ਜਦੋਂ ਤੁਸੀਂ ਕੋਈ ਬਹੁਤ ਗੂੜ੍ਹ ਪੜ੍ਹਾਈ ਕਰ ਰਹੇ ਹੋ, ਜਿਵੇਂ ਕੋਈ ਮੈਡੀਕਲ ਪੜ੍ਹ ਰਿਹਾ, ਕੋਈ ਮੈਡੀਸਨਸ ਪੜ੍ਹ ਰਿਹਾ, ਕੋਈ ਲਾਅ ਪੜ੍ਹ ਰਿਹਾ, ਜਦੋਂ ਕੋਈ ਬਹੁਤ ਗੂੜ੍ਹ ਪੜ੍ਹਾਈ ਆਪਾਂ ਕਰਦੇ ਹਾਂ ਨਾ, ਫਿਰ ਸਾਨੂੰ ਬੈਠ ਕੇ ਉਹਦੇ ਵਾਸਤੇ ਪ੍ਰੋਪਰ ਧਿਆਨ ਦੇਣਾ ਪੈਂਦਾ, ਪ੍ਰੋਪਰ ਟਾਈਮ ਦੇਣਾ ਪੈਂਦਾ ਉਹਨੂੰ। ਇਹ ਨਹੀਂ ਹੁੰਦਾ ਕਿ ਆਪਾਂ ਤੁਰੇ ਫਿਰਦੇ ਨਹੀਂ ਉਹ ਕਰ ਸਕਦੇ। ਤਾਂ ਉਹ ਜਿਹੜਾ ਟਾਈਮ ਹੈ ਬੇਸਿਕਲੀ ਉਹ ਕੀ ਆ? ਉਹ ਤੁਹਾਡੇ ਅੰਤਰ ਧਿਆਨ ਹੋਣਾ ਹੀ ਆ। ਕਿਉਂਕਿ ਤੁਸੀਂ ਜਦੋਂ ਆਪਣੀ ਮੈਡੀਸਨ ਜਾਂ ਲਾਅ ਜਾਂ ਜੋ ਵੀ ਤੁਹਾਡੀ ਇਨਫੋਰਮੇਸ਼ਨ ਆ, ਤੁਸੀਂ ਉਹਨੂੰ ਪੜ੍ਹਦੇ ਆ, ਤੁਹਾਡੇ ਮਾਈਂਡ ਨੇ ਉਹਨੂੰ ਪ੍ਰੋਸੈਸ ਵੀ ਤਾਂ ਕਰਨਾ ਹੈ ਨਾ। ਉਹ ਪ੍ਰੋਸੈਸਿੰਗ ਵਾਸਤੇ ਤੁਹਾਨੂੰ ਬਕਾਇਦਾ ਫੋਕਸ ਹੋਣਾ ਪਊਗਾ। ਬਾਰ-ਬਾਰ ਆਪਾਂ ਕਹਿੰਦੇ ਹਾਂ ਕਿ ਸਟੇ ਫੋਕਸ। ਉਹਦਾ ਮਤਲਬ ਕੀ ਆ? ਕਿ ਤੁਸੀਂ ਆਪਣੇ ਆਪ ਨੂੰ ਇਕਾਗਰਤਾ ਦੇ ਵਿੱਚ ਲੈ ਕੇ ਆਓ, ਹੈ ਨਾ। ਤਾਂ ਉਹੀ ਗੱਲ ਅਗਰ ਆਪਾਂ ਪੁਰਾਤਨ ਸਮਿਆਂ ਦੇ ਵਿੱਚ ਜਾਈਏ ਤਾਂ ਉਦੋਂ ਵੀ ਜਦੋਂ ਤੁਸੀਂ ਗਿਆਨ ਦੀ ਗੱਲ ਕਰਨੀ ਆ ਤਾਂ ਫਿਰ ਤੁਹਾਨੂੰ ਪੜ੍ਹਨਾ ਪੈਣਾ, ਤੁਹਾਨੂੰ ਗੁਰੂ ਦੀ ਸ਼ਰਨ 'ਚ ਜਾਣਾ ਪੈਣਾ, ਕਿਸੇ ਗੁਰੂ ਨੂੰ ਇਹ ਪੁੱਛਣਾ ਪੈਣਾ ਕਿ ਅਸੀਂ ਕੀ ਕਰੀਏ, ਕਿਵੇਂ ਦੇਖੀਏ, ਕਿਵੇਂ ਸਮਝੀਏ। ਔਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਰਨਾ ਪੈਣਾ ਸੀਗਾ। ਪਰ ਉਦੋਂ ਫਿਰ ਉਹਨਾਂ ਨੇ ਕੀ ਕੀਤਾ ਕਿ ਉਹ ਗਿਆਨ ਵਾਲਾ ਕੰਮ ਔਖਾ ਲੱਗਾ, ਉਹਨੂੰ ਉਹਨਾਂ ਨੇ ਸਾਈਡ 'ਤੇ ਛੱਡਦੇ ਗਏ। ਜਿਵੇਂ ਮੈਂ ਕਿਹਾ ਕਿ ਗੁਰੂ ਦੀ ਸ਼ਰਨ 'ਚ ਜਾਣਾ ਪੈਣਾ ਸੀ, ਗੁਰੂ ਨਾਲ ਗੱਲਾਂ ਕਰਨੀਆਂ ਪੈਣੀਆਂ ਸੀ। ਫਿਰ ਜੋ ਗੁਰੂ ਨੇ ਰਸਤੇ ਦੱਸੇ ਉਹਨਾਂ ਉੱਤੇ ਚੱਲਦਿਆਂ ਇਕਾਗਰ ਮਨ ਹੋ ਕੇ ਉਸ ਪਰਮਾਤਮਾ ਦਾ ਧਿਆਨ ਵੀ ਧਰਨਾ ਪੈਣਾ ਸੀ, ਅੰਤਰ ਮਨ ਹੋਣਾ ਪੈਣਾ ਸੀ। ਸ਼ਾਇਦ ਕਈ ਘੰਟੇ ਲੋਕ ਬੈਠੇ ਰਹਿੰਦੇ ਆ ਅੱਖਾਂ ਬੰਦ ਕਰਕੇ, ਜਾਂ ਕੋਈ ਜਿਸ ਤਰੀਕੇ ਦੀ ਵੀ ਸਾਡੀ ਕਮਾਈ ਹੈ, ਜਿਸ ਤਰੀਕੇ ਦੀ ਵੀ ਸਾਡੀ ਮਨਤਾ ਹੈ, ਉਸ ਤਰੀਕੇ ਨਾਲ ਉਹ ਲੋਕ ਆਪਣਾ ਧਿਆਨ ਕਰਦੇ ਆ। ਹੁਣ ਜਦੋਂ ਇਹ ਸਾਰਾ ਕੁਛ ਕਰਨਾ ਸੀਗਾ ਤਾਂ ਉਸ ਤੋਂ ਬਾਅਦ ਫਿਰ ਜੋ ਤੁਹਾਡੇ ਐਕਸਪੀਰੀਅੰਸਿਸ ਹੋਏ ਉਹਨਾਂ ਨੂੰ ਗੁਰੂ ਦੇ ਆਸ਼ਰਮ ਦੇ ਵਿੱਚ ਬੈਠ ਕੇ, ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਵੀ ਕਰਨੀ ਸੀ। ਸਨਾਤਨ ਪਰੰਪਰਾ ਦੇ ਵਿੱਚ ਇਹਨੂੰ ਸ਼ਾਸਤਰਾਰਥ ਕਿਹਾ ਜਾਂਦਾ ਸੀਗਾ। ਹੁਣ ਇਹ ਗੱਲ ਸਾਨੂੰ ਸਮਝਣੀ ਪਊਗੀ। ਉਹ ਸ਼ਾਸਤਰਾਰਥ ਕਰਨਾ ਬੜਾ ਜ਼ਰੂਰੀ ਸੀ, ਇੱਕ ਬੜਾ ਅਹਿਮ ਅੰਗ ਸੀਗਾ। ਪਰ ਹੁਣ ਆਮ ਲੋਕਾਂ ਨੇ ਕੀ ਕੀਤਾ? ਉਹਨਾਂ ਨੇ ਵੇਖਿਆ ਕਿ ਪੜ੍ਹੂਗਾ ਕਿਹੜਾ, ਸਮਝੂਗਾ ਕਿਹੜਾ। ਫਿਰ ਗੁਰੂ ਕੋਲੇ ਇੰਨਾ ਲੰਬਾ ਸਮਾਂ ਬੈਠ ਕੇ ਉਹਨਾਂ ਨਾਲ ਗੱਲਾਂ ਕਰੋ, ਫਿਰ ਐਕਸਪੀਰੀਅੰਸਿਸ ਲਓ, ਫਿਰ ਉਹਨਾਂ ਨੂੰ ਪ੍ਰੈਕਟੀਕੈਲਿਟੀ ਦੇ ਵਿੱਚ ਲੈ ਕੇ ਆਓ, ਫਿਰ ਉਹ ਸ਼ਾਸਤਰਾਰਥ ਵੀ ਕਰੋ। ਇਹ ਬਹੁਤ ਔਖਾ ਕੰਮ ਆ। ਤਾਂ ਉਹਨਾਂ ਨੇ ਆਪਣੀ ਸਹੂਲਤ ਦੇ ਮੁਤਾਬਕ ਕੀ ਕੀਤਾ ਕਿ ਇੱਕ ਪੰਡਿਤ ਜੀ ਨੂੰ ਆਤਮਾ ਅਤੇ ਪਰਮਾਤਮਾ ਦੇ ਵਿਚਕਾਰ ਇੱਕ ਵਿਚੋਲੇ ਵਾਂਗੂ ਪਾ ਲਿਆ ਕਿ ਆਹ ਸਾਡਾ ਵਿਚੋਲਾ ਹੋ ਗਿਆ। ਹੁਣ ਉਹਦੇ ਨਾਲ ਹੋਇਆ ਕੀ ਕਿ ਪੰਡਿਤ ਜੀ ਨੂੰ ਪੁੱਛਣਾ ਸ਼ੁਰੂ ਕੀਤਾ ਕਿ ਪੰਡਿਤ ਜੀ, ਤੁਸੀਂ ਗਿਆਨ ਵਾਲੀਆਂ ਗੱਲਾਂ ਸਾਰੀਆਂ ਤੁਸੀਂ ਆਪ ਕਰੋ, ਸਾਨੂੰ ਸਿਰਫ ਇੰਨਾ ਮੋਟਾ ਦੱਸ ਦਿਓ ਕਿ ਅਸੀਂ ਕਿਹੜੇ ਕਰਮ ਕਾਂਡ ਕਰੀਏ ਅਤੇ ਸਾਡੇ 84 ਕੱਟੀ ਜਾਏ, ਜਾਂ ਜਿਸ ਤਰੀਕੇ ਦੀਆਂ ਵੀ ਸਾਡੀਆਂ ਜੋਨਾਂ ਕੱਟੀਆਂ ਜਾਣ, ਮੋਕਸ਼ ਮਿਲ ਜੇ, ਮੁਕਤੀ ਮਿਲ ਜੇ। ਤਾਂ ਪੰਡਿਤ ਜੀ ਉਹਨਾਂ ਨੂੰ ਉਹ ਰਾਹ ਦੱਸਣੇ ਸ਼ੁਰੂ ਹੋ ਗਏ। ਪਰ ਹੁਣ ਹੋਇਆ ਕੀ? ਕਿਉਂਕਿ ਉਹਨਾਂ ਨੇ ਗਿਆਨ ਤਾਂ ਛੱਡ ਦਿੱਤਾ ਦੂਰ, ਕਰਮ ਕਾਂਡ ਨੂੰ ਹੱਥ 'ਚ ਫੜ ਲਿਆ। ਔਰ ਹੌਲੀ ਕਰਦੇ ਉਹ ਕਰਮ ਕਾਂਡ ਜਿਹੜਾ ਆ ਉਹ ਵੀ ਖੋਖਲਾ ਹੁੰਦਾ ਗਿਆ। ਕਿਉਂ ਖੋਖਲਾ ਹੁੰਦਾ ਗਿਆ ਇਹ ਸਮਝਣਾ ਬਹੁਤ ਜ਼ਰੂਰੀ ਆ। ਖੋਖਲਾ ਇਸ ਕਰਕੇ ਹੁੰਦਾ ਗਿਆ ਕਿਉਂਕਿ ਉਹਦੇ ਵਿੱਚੋਂ ਭਾਵ ਮਾਈਨਸ ਹੁੰਦੇ ਗਏ, ਉਹਦੇ ਵਿੱਚੋਂ ਜਿਹੜੀ ਕੌਨਸ਼ੀਅਸਨੈਸ ਆ ਉਹ ਮਾਈਨਸ ਹੁੰਦੀ ਗਈ। ਹੁਣ ਭਾਵ ਕਿਉਂ ਮਾਈਨਸ ਹੋ ਗਏ? ਕਿਉਂਕਿ ਭਾਵ ਬਿਨਾਂ ਗਿਆਨ ਦੇ ਹੋ ਹੀ ਨਹੀਂ ਸਕਦੇ। ਗਿਆਨ ਦਾ ਹੋਣਾ ਭਾਵਾਂ ਦੇ ਲਈ ਬਹੁਤ ਜ਼ਰੂਰੀ ਹੈ। ਬਿਨਾਂ ਗਿਆਨ ਦੇ ਭਾਵ ਨਹੀਂ ਹੋ ਸਕਦਾ।